सत श्री अकाल जी सारिਆਂ ਨੂੰ। मैं डॉक्टर KS भट्टी फास्ट न्यूज़ इंडिया तो और मेरे नाल मेरा सहयोगी चैनल जी न्यूज़ और उन्होंने संपादक राणा जी मेरे नाल ने। असी अज पहुँचे हुए हैं फिलौर के पिंड गढ़ा विखे सरदार परमजीत सिंह के गृह और मसला है उन्होंने बेटी का कि वो सहुरे परिवार के नाल उन्होंने कुछ ताल्लुकात खराब हो चुके हैं, लेकिन किस हद तक खराब हो चुके हैं आप सुनांगे मनप्रीत कौर की जवानी। मनप्रीत कौर जी सत श्री अकाल बेटा जी। सत श्री अकाल सर। उच्ची बोलना जरा हाँ सारे दर्शकों को सुननी चाहिए गल। तुसीं दसो जी तुहानूं मतलब तुहाडा जिहड़ा गृहस्थी किवें चल रही है हुण? सर मेरा ब्याह 31 मई 2020 ਨੂੰ ਹੋਇਆ ਸੀਗਾ। अच्छा सर ਇਹਦੇ ਵਿੱਚ 2 ਮਹੀਨਿਆਂ ਬਾਅਦ ਹੀ ਸਰ ਮੈਨੂੰ ਦਾਜ ਦਹੇਜ ਦੇ ਮਾਮਲੇ ਵਿੱਚ ਮੇਰੇ ਸਹੁਰੇ ਪਰਿਵਾਰ ਵੱਲੋਂ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਰ ਜਿੱਦਾਂ ਵਿਆਹ ਤੋਂ ਪਹਿਲਾਂ ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਕਿ 4 ਲੱਖ ਰੁਪਏ ਦੀ। अच्छा 4 ਲੱਖ ਰੁਪਏ ਦੀ ਡਿਮਾਂਡ ਸੀ ਕਿ ਅਸੀਂ ਤੁਹਾਨੂੰ ਬਾਹਰ ਭੇਜਣਾ। अच्छा ਹਾਂਜੀ ਤੇ ਉਹਦੇ ਵਿੱਚ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਡੈਡੀ ਜੀ ਨੂੰ ਕਿਹਾ ਕਿ ਤੁਸੀਂ 4 ਲੱਖ ਰੁਪਇਆ ਦੇ ਦਿਓ, ਅਸੀਂ ਬੇਟੀ ਨੂੰ ਬਾਹਰ ਭੇਜਣਾ ਆ। अच्छा ਜਿਹਦੇ ਵਿੱਚ ਮੇਰੇ ਡੈਡੀ ਜੀ ਨੇ ਉਹ ਡਿਮਾਂਡ ਪੂਰੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਰੀਤੀ ਰਿਵਾਜ ਆ ਵਿਆਹ ਸ਼ਾਦੀ ਦੇ ਅਸੀਂ ਉਸ ਮੁਤਾਬਿਕ ਹੀ ਚੱਲਣਾ ਆ। मतलब रीति रिवाज का मतलब कि तुसी रिश्तेदार वगैरह बुलाए? ਹਾਂਜੀ ਹਾਂਜੀ ਸਰ ਜਿੱਦਾਂ ਲੋਕਡਾਊਨ ਸੀਗਾ ਤੇ ਉਹਦੇ ਵਿੱਚ ਜਿੱਦਾਂ ਥੋੜੇ ਮੈਂਬਰ ਆਉਂਦੇ ਸੀਗੇ, ਬਰਾਤੀ ਆਉਂਦੇ ਸੀਗੇ ਤੇ ਇਸ ਕਰਕੇ ਸਰ ਇਹਨਾਂ ਨੇ ਉਹ ਵੀ ਕਿਹਾ ਕਿ ਤੁਸੀਂ ਪੈਲਸ ਨਹੀਂ ਕੀਤਾ। ਬਾਅਦ ਵਿੱਚ ਮੈਨੂੰ ਇਹਨਾਂ ਨੇ ਟੌਰਚਰ ਕੀਤਾ। अच्छा ਹਾਂਜੀ ਸਰ। ਤੇ ਫਿਰ ਉਸ ਤੋਂ ਬਾਅਦ ਮਤਲਬ ਤੁਹਾਡੇ ਰਿਸ਼ਤੇ ਹੁਣ ਖਰਾਬ ਹੋ ਚੁੱਕੇ ਨੇ? ਹਾਂਜੀ ਸਰ 2 ਮਹੀਨਿਆਂ ਬਾਅਦ ਹੀ ਜਿੱਦਾਂ ਮੇਰੇ ਹਸਬੈਂਡ ਕਰਮਦੀਪ ਨੇ ਲਿਕੁਇਡ ਪੀ ਲਈ ਸੀਗੀ। अच्छा ਮਰਨ ਦੀਆਂ ਧਮਕੀਆਂ ਦਿੰਦੇ ਸੀਗੇ ਕਿ ਮੈਂ ਮਰ ਜਾਣਾ, ਤੇਰੇ ਘਰਦਿਆਂ ਦਾ ਨਾਮ ਲਿਖਵਾ ਕੇ ਜਾਣਾ ਆ। ठीक है ਤੇ ਫਿਰ ਉਹ ਮਤਲਬ ਫਿਰ ਤੁਹਾਡੇ ਪੇਰੈਂਟਸ ਗਏ ਸੀ ਉੱਥੇ? ਹਾਂਜੀ ਸਰ ਕਈ ਵਾਰੀ ਮੇਰੇ ਪੇਰੈਂਟਸ ਨੇ ਸਮਝਾਇਆ ਉਹਨਾਂ ਨੂੰ, ਕਈ ਵਾਰ ਜਿੱਦਾਂ ਹੋਈ ਇਦਾਂ ਕਿ ਇਦਾਂ ਧਮਕੀਆਂ ਮੈਨੂੰ ਦਿੰਦੇ ਰਹੇ ਕਿ ਤੇਰੇ ਘਰਦਿਆਂ ਨੇ ਸਾਡੀ ਡਿਮਾਂਡਸ ਪੂਰੀ ਨਹੀਂ ਕੀਤੀ, ਅਸੀਂ ਤੇਰੇ ਘਰਦਿਆਂ ਨੇ ਦਾ ਹੀ ਨਾਮ ਲਿਖਵਾਉਣਾ ਆ। अच्छा मतलब ਹਾਂਜੀ किस्म का ब्लैकमेल भी करते थे? ਹਾਂਜੀ ਬਲੈਕਮੇਲ ਸਰ ਕਰਦੇ ਸੀਗੇ। ਕਈ ਵਾਰ ਮੇਰੀ ਸੱਸ ਨੇ ਵੀ ਮੇਰੇ ਵਾਲ ਪੁੱਟੇ, ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। अच्छा हाँ ਤੇ जी ਫਿਰ सर। ਤੁਹਾਡੇ ਪੇਰੈਂਟਸ ਵਗੈਰਾ ਗਏ ਸੀ ਉਹਨਾਂ ਨੂੰ ਸਮਝਾਉਣ ਵਾਸਤੇ? ਹਾਂਜੀ ਸਰ ਗਏ ਸੀਗੇ, ਜਿਹਦੇ ਵਿੱਚ ਮੇਰੇ ਘਰਦਿਆਂ ਨੇ ਪਿੱਛੇ ਜੇ ਗਏ ਸੀਗੇ। ਹਾਂਜੀ 6 ਮਈ ਨੂੰ ਗਏ ਸੀਗੇ। अच्छा ਹਾਂਜੀ ਸਰ ਤੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ, ਮੇਰੇ ਘਰਦਿਆਂ ਨਾਲ ਵੀ ਬਦਸਲੂਕੀ ਕੀਤੀ। ਉਹ ਕਹਿੰਦੇ ਕਿ ਤੇਰੇ ਘਰ ਦੇ ਨਾ ਇੱਥੇ ਵੜਨ। ठीक है ਹਾਂਜੀ ਜਿਹਦੇ ਵਿੱਚ ਮੇਰੇ ਡੈਡੀ ਜੀ ਦੀ ਦਸਤਾਰ ਵੀ ਉਹਨਾਂ ਨੇ ਕੀਤੀ। ठीक है हाँ जी। ਉਸ ਤੋਂ ਬਾਅਦ ਫਿਰ ਉਹ ਤੁਸੀਂ ਮਤਲਬ ਉਸ ਚੀਜ਼ ਨੂੰ ਬੀਅਰ ਕਰ ਲਿਆ ਸੀਗਾ ਜਾਂ ਉਹਦੀ ਕੋਈ ਮਤਲਬ ਕੰਪਲੇਂਟ ਵੀ ਕਰਾਈ ਸੀ? ਸਰ ਮੇਰੇ ਘਰ ਦੇ ਤਾਂ ਮੈਨੂੰ ਉੱਦਾਂ ਮਿਲਣ ਆਏ ਸੀਗੇ ਕਿ ਤੇ ਉਹਨਾਂ ਨੇ ਜਿੱਦਾਂ ਹੱਥੋਂ ਪਾਈ ਕੀਤੀ, ਫਿਰ ਮੇਰੇ ਘਰ ਦੇ ਮੈਨੂੰ ਇੱਥੇ ਫਲੋਰ ਲੈ ਆਏ। अच्छा ਸਰ ਉਸ ਤੋਂ ਬਾਅਦ ਸਰ ਉਹਨਾਂ ਨੇ ਕੰਪਲੇਂਟ ਕਰਤੀ ਕਿ ਇਦਾਂ ਉਹ ਡਿਮਾਂਡ ਵਗੈਰਾ ਕਰਦੀ ਆ ਕੁੜੀ। ਇਸ ਤੋਂ ਬਾਅਦ ਅਸੀਂ ਮਹਿਲਾ ਮੰਡਲ ਵਿੱਚ ਗਏ ਸੀਗੇ। अच्छा ਹਾਂਜੀ ਤੇ ਸਰ ਇਹਦੇ ਵਿੱਚ ਮਹਿਲਾ ਮੰਡਲ ਗਏ ਸੀ ਸਰ ਤੇ ਸਰ ਉੱਥੇ ਵੀ ਜਿੱਦਾਂ ਉਹ ਸਾਨੂੰ ਸੱਦਦੇ ਸੀਗੇ ਤੇ ਆਪ ਨਹੀਂ ਸੀ ਸਰ ਆਉਂਦੇ। ਅਸੀਂ 2-3 ਵਾਰੀ ਗਏ ਉੱਥੇ। अच्छा ਸਰ ਉਸ ਤੋਂ ਬਾਅਦ ਸਾਨੂੰ ਜਿੱਦਾਂ ਬੁਲਾਉਂਦੇ ਸੀਗੇ ਤੇ ਫਿਰ ਉਹ ਆਪ ਨਹੀਂ ਸੀ ਆਉਂਦੇ ਜਿੱਦਾਂ। ठीक है ਹਾਂਜੀ ਤੇ ਫਿਰ ਤੁਸੀਂ ਮਤਲਬ ਤੁਹਾਡੇ ਵੱਲੋਂ ਕੋਈ ਕੰਪਲੇਂਟ ਵੀ ਕਦੀ ਗਈ ਹੈ ਕਿਸੇ ਪੁਲਿਸ ਨੂੰ? ਹਾਂਜੀ ਸਰ ਕਾਫੀ ਅਸੀਂ ਕੰਪਲੇਂਟ ਕੀਤੀਆਂ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਪਿਛਲੀ ਕੰਪਲੇਂਟ ਕਦੋਂ ਕੀਤੀ ਗਈ? ਸਰ ਪਿੱਛੇ ਜੇ ਆਏ ਸੀਗੇ ਇੱਥੇ 15-20 ਦਿਨ ਹੋ ਚੱਲੇ ਆ ਇੱਥੇ ਆਏ ਸੀਗੇ ਡੀਸੀ ਦਫ਼ਤਰ। ਉਹ ਸਾਨੂੰ 10 ਤਰੀਕ ਦਾ ਟਾਈਮ ਦੇ ਕੇ ਗਏ ਸੀਗੇ। ਅੱਛਾ ਜੀ। ਜਿਹਦੇ ਵਿੱਚ ਸਰ ਉਹ ਫੇਰ ਨਹੀਂ ਪਹੁੰਚੇ। ਅਸੀਂ ਗਏ ਸੀਗੇ ਸਾਰੇ ਜਣੇ, ਉਹਦੇ ਵਿੱਚ ਫੇਰ ਉਹ ਨਹੀਂ ਆਏ। ਅੱਛਾ ਤੇ ਸਰ ਹੁਣ ਜਦੋਂ ਆਏ ਆ ਜਿੱਦਾਂ ਘਰਦਿਆਂ ਨੇ ਪੰਚਾਇਤੀ ਮੈਂਬਰ ਮੈਨੂੰ ਵਸਾਉਣ ਦੀ ਖਾਤਰ ਉੱਥੇ ਭੇਜਣ ਦੀ ਖਾਤਰ ਪੰਚਾਇਤੀ ਮੈਂਬਰ ਬੁਲਾਏ, ਜਿਨ੍ਹਾਂ ਵਿੱਚ ਉਹਨਾਂ ਨੇ ਸਾਡੇ ਤੇ ਹੀ ਫੇਰ ਸਰ ਹਮਲਾ ਕਰਤਾ। अच्छा ਬਦਸਲੂਕੀ ਕਰਨ ਲੱਗ ਗਏ ਸਰ। ਉਹਨਾਂ ਨੇ ਦੇਖ ਲਓ ਮੇਰੇ ਭਰਾਵਾਂ ਦੀ ਹਾਲਤ ਕੀ ਕੀਤੀ, ਮੇਰੇ ਭਰਾਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। अच्छा ਹਾਂਜੀ ਤੇ ਫਿਰ ਉਹ ਮੇਰੇ ਚਾਚਾ ਜੀ ਦੀ ਦਸਤਾਰ ਵੀ ਲੈ ਕੇ ਗਏ ਹੋਏ ਆ ਲਾ ਕੇ। ਇਹਨਾਂ ਨੇ ਇੱਥੇ ਤੱਕ ਬਦਸਲੂਕੀ ਕੀਤੀ ਹੋਈ ਹੈ ਸਰ। ਮੇਰੇ ਅੱਛਾ ਤੁਹਾਡੇ ਪਰਿਵਾਰ ਨੇ ਦਿੱਤੀ ਹੈ FIR ਦੀ ਕਾਪੀ ਜਿਹਦੇ ਵਿੱਚ ਸੈਕਸ਼ਨ 307 ਸੈਕਸ਼ਨ 323 ਸੈਕਸ਼ਨ 427 286 148 ਤੇ
49 ਸਰ ਇਹ ਸਾਰੀ ਇਹਦੇ ਵਿੱਚ ਆ 4 ਦੋਸ਼ੀ 9 ਦੋਸ਼ੀ ਵਿੱਚ ਲਿਖੇ ਹੋਏ ਨੇ ਕਿ ਇਹ ਮਤਲਬ ਸਾਬਤ ਕਰਦਾ ਕਿ ਝਗੜਾ ਤੇ ਹੋਇਆ, ਕਿ ਜੇ ਉਹ ਆਏ ਪੰਚਾਇਤ ਵਿੱਚ ਝਗੜਾ ਹੋਇਆ। ਤੇ ਲੇਕਿਨ ਇਹਦੇ ਵਿੱਚ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗਦੀ, ਆ ਮਨਪ੍ਰੀਤ ਕੌਰ ਤੁਹਾਡਾ ਨਾਮ ਵੀ ਵਿੱਚ ਸ਼ਾਮਲ ਆ 6 ਨੰਬਰ ਕਿਊਜ਼ ਦੇ ਵਿੱਚ। ਸਰ ਮੈਂ ਤੇ ਇਹਦੇ ਵਿੱਚ ਇਨਵੋਲਵ ਵੀ ਨਹੀਂ ਸੀਗੀ ਸਰ। ਜਦੋਂ ਇਹਨਾਂ ਨੇ ਝਗੜਾ ਕੀਤਾ ਸਗੋਂ ਮੈਂ ਘਬਰਾ ਕੇ ਸਰ ਚੱਕਰ ਖਾ ਕੇ ਉੱਥੇ ਡਿੱਗੀ ਆ ਸਰ। ਇਹਨਾਂ ਨੇ ਮੇਰਾ ਨਾਮ ਤੇ ਐਵੇਂ ਹੀ ਪਾਤਾ ਵਿੱਚ, ਮੇਰੇ ਘਰਦਿਆਂ ਦਾ ਨਾਮ ਕਿਹੜੀ 307 ਸਰ। ਇਹਨਾਂ ਨੂੰ ਪੁੱਛੋ ਜਰਾ ਕਿਹੜਾ ਮੇਰੇ ਘਰਦਿਆਂ ਨੇ ਕਤਲ ਕੀਤਾ ਜਿਹੜਾ 307 ਇਹਨਾਂ ਨੇ ਲਾਈ ਆ। ਨੁਕਸਾਨ ਤੇ ਸਾਡਾ ਹੋਇਆ, ਇਹਨਾਂ ਦਾ ਥੋੜੀ ਹੋਇਆ ਨੁਕਸਾਨ। ਠੀਕ ਹੈ, ਤੇ ਤੁਸੀਂ ਮੇਰੇ ਸੁਣਨ ਚ ਆਇਆ ਕਿ ਤੁਸੀਂ ਇੱਕ 498 ਇਹ ਵਾਲਾ ਤੁਸੀਂ ਦਾਜ ਦੇ ਸੰਬੰਧ ਵਿੱਚ ਦਰਖਾਸਤ ਦਿੱਤੀ ਸੀਗੀ ਪਿੱਛੇ। ਹਾਂਜੀ ਸਰ। ਕਦੋਂ ਦਿੱਤੀ ਸੀਗੀ ਸਰ? ਉਹ ਦਿੱਤੀ ਸੀਗੀ ਜਦ ਤੁਸੀਂ ਆਏ ਆ। ਹਾਂਜੀ ਉਹ ਤੋਂ ਸਰ 2-3 ਮਹੀਨੇ ਹਾਂਜੀ 2-3 ਮਹੀਨੇ ਦਾ ਸਮਾਂ ਹੋ ਗਿਆ ਸਰ, ਉਸ ਤੋਂ ਬਾਅਦ ਦਿੱਤੀ ਸੀਗੀ। ਅੱਛਾ, ਤੇ ਫਿਰ ਉਹਦੇ ਵਿੱਚ ਕੀ ਬਣਿਆ ਮਤਲਬ? ਸਰ ਅਸੀਂ ਕਾਫੀ ਦਿੱਲੀ ਤੱਕ ਵੀ ਪਹੁੰਚ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਦਿੱਲੀ ਕਿੱਥੇ ਪਹੁੰਚ ਕੀਤੀ ਸੀ? ਸਰ ਮਹਿਲਾ ਆਯੋਗ। ਹਾਂਜੀ ਸਰ। ਜਿਹੜੇ ਹੁਣ ਇਹਨਾਂ ਦੀ ਲੜਾਈ ਹੋਈ ਆ ਸਰ, ਦੇਖ ਲਓ ਤੁਸੀਂ, ਸਾਡੀ 3 ਮਹੀਨਿਆਂ ਦੀ ਰਿਪੋਰਟ ਸੀਗੀ ਸਰ, ਸਾਡੀ ਕੋਈ ਸੁਣਵਾਈ ਨਹੀਂ ਹੋਈ ਸਰ। ਇਹਨਾਂ ਦੀ 2 ਘੰਟੇ ਦੀ ਰਿਪੋਰਟ ਦੇਖ ਲਓ, ਸਾਡੇ ਮੇਰੇ ਘਰਦਿਆਂ ਤੇ 357 ਲਾਤੀ ਇਹਨਾਂ ਨੇ। ਤੇ ਮਤਲਬ ਤੁਹਾਡੇ ਘਰ ਦੇ ਮੈਂਬਰਾਂ ਦੇ ਸੱਟਾਂ ਲੱਗੀਆਂ ਨੇ? ਹਾਂਜੀ ਕਾਫੀ ਲੱਗੀਆਂ ਸਰ। ਮੇਰੇ ਭਰਾਵਾਂ ਨੂੰ ਮਾਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਮੇਰੇ ਜੀਜਾ ਜੀ। ਆਪਣੇ ਤੁਹਾਡੇ ਭਰਾਵਾਂ ਦੇ ਹਾਂਜੀ ਹੋਏ ਆ ਸਰ, ਸਾਰਿਆਂ ਦੇ ਹੋਏ ਆ। ਬਾਵਜੂਦ ਤੁਹਾਡੇ ਮਤਲਬ ਤੁਹਾਡੇ ਵੱਲੋਂ ਪਰਚਾ ਕ੍ਰਾਸ ਨਹੀਂ ਕੀਤਾ ਗਿਆ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਪਰਿਵਾਰ ਤੇ ਪਰਚਾ ਕਰਤਾ ਤੇ ਕ੍ਰਾਸ ਨਹੀਂ ਕੀਤਾ ਗਿਆ। ਹਾਂਜੀ। ਤੇ ਤੁਸੀਂ ਮਤਲਬ ਮੈਨੂੰ ਇੱਕ ਸਵਾਲ ਦੱਸੋ ਕਿ ਤੁਸੀਂ ਬਾਲਗ ਹੋ, ਤੁਸੀਂ ਸ਼ਾਦੀशुदा ਵੀ ਹੋ, ਤੁਸੀਂ ਆਪਣਾ ਫੈਸਲਾ ਕਰ ਸਕਦੇ ਹੋ। ਹਾਂਜੀ। ਕਿ ਇੰਨਾ ਕੁਝ ਹੋਣ ਦੇ ਬਾਵਜੂਦ ਜਦ ਤੁਹਾਨੂੰ ਇਹਦੇ ਵਿੱਚ ਪਾਰਟੀ ਵੀ ਬਣਾਤਾ ਇੱਕ ਤੁਹਾਡੇ ਸਹੁਰੇ ਪਰਿਵਾਰ ਨੇ, ਤੇ ਤੁਸੀਂ ਉਸ ਘਰ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਕਿ ਸਾਡੀ ਜਿਹੜੀ ਮੀਡੀਆ ਅਪਰੋਚ ਹੈਗੀ ਆ ਉਸ ਤਰੀਕੇ ਨਾਲ ਚੱਲੇ, ਇਨਸਾਫ ਕੀ ਤੁਹਾਡਾ ਜਿਹੜਾ ਵਿਚਾਲਾ ਰਸਤਾ ਕੱਢਿਆ ਜਾਵੇ? ਜਵਾਬ ਦਿਓ ਜਰਾ। ਸਰ ਪਹਿਲਾਂ ਤਾਂ ਮੇਰੇ ਪੇਰੈਂਟਸ, ਮੈਂ ਵੀ ਵਸਣਾ ਚਾਹੁੰਦੀ ਸੀਗੀ ਉੱਥੇ ਤੇ ਮੇਰੇ ਘਰ ਦੇ ਵੀ ਮੈਨੂੰ ਵਸਾਉਣਾ ਚਾਹੁੰਦੇ ਸੀਗੇ, ਪਰ ਮੇਰੇ ਸਹੁਰੇ ਪਰਿਵਾਰ ਦੇ ਆ ਸ਼ਬਦ ਸੀਗੇ ਕਿ ਜੇ ਤੂੰ ਇੱਥੇ ਮੁੜ ਕੇ ਦੁਬਾਰਾ ਆਈ ਤੈਨੂੰ ਅਸੀਂ ਇੱਥੋਂ ਜਿੰਦਾ ਨਹੀਂ ਭੇਜਣਾ, ਸੀ ਮਾਰ ਕੇ ਭੇਜਣਾ। ਜਿਹਦੇ ਵਿੱਚ ਨਹੀਂ ਬਸਣਾ ਚਾਹੁੰਦੇ, ਇਹਦਾ ਮਤਲਬ ਅਸੀਂ ਇਹ ਰਿਜ਼ਲਟ ਕੱਢੀਏ ਤੁਸੀਂ ਨਹੀਂ ਜਾਣਾ ਚਾਹੁੰਦੇ ਉੱਥੇ, ਇਹਦਾ ਇਹੀ ਮਤਲਬ ਨਿਕਲਿਆ? ਹਾਂਜੀ ਸਰ। ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਰੱਖਣਾ ਨਹੀਂ, ਉਹਨਾਂ ਨੇ ਜਦ ਮਾਰ ਹੀ ਦੇਣਾ ਆ। ਉਹਨਾਂ ਨੇ ਮੈਨੂੰ ਇੱਥੇ ਤੱਕ ਕਿਹਾ ਹੋਇਆ ਕਿ ਤੂੰ ਇੱਥੇ ਦੁਬਾਰਾ ਆਏਂਗੀ ਤੈਨੂੰ ਅਸੀਂ ਮਾਰ ਕੇ ਹੀ ਭੇਜਣਾ ਹੈ, ਤੇ ਇੱਥੇ ਦੁਬਾਰਾ ਨਹੀਂ ਆਉਣਾ। ਫਿਰ ਜੇ ਤੁਹਾਡੀ ਪ੍ਰਸ਼ਾਸਨ ਤੱਕ ਗੱਲ ਪਹੁੰਚਦੀ ਹੈ ਮੀਡੀਆ ਰਾਹੀਂ, ਤੁਸੀਂ ਕੀ ਮੰਗ ਕਰਦੇ ਹੋ? ਸਰ ਸਾਨੂੰ ਇਨਸਾਫ ਚਾਹੀਦਾ, ਹੋਰ ਕੀ ਸਰ। ਜਿਹੜੇ ਕਾਂਗਰਸੀ ਪਾਰਟੀ ਆ ਉਹਨਾਂ ਦੀ ਸੁਣਵਾਈ ਸਰ ਹੋਈ ਜਾਂਦੀ ਪਈ ਹੈ। 2 ਘੰਟਿਆਂ ਦੀ ਲੜਾਈ ਵਿੱਚ ਇਹਨਾਂ ਨੇ 307 ਦਾ ਪਰਚਾ ਮੇਰੀ ਸਾਰੀ ਫੈਮਿਲੀ ਤੇ ਲਾਇਆ ਆ, ਤੇ ਸਾਡੀ ਸੁਣਵਾਈ ਨਹੀਂ ਹੋਈ। ਸਾਡੀ ਸੁਣਵਾਈ ਕਾਹਤੋਂ ਨਹੀਂ ਹੁੰਦੀ ਪਈ ਸਰ? ਠੀਕ ਹੈ, ਤੁਸੀਂ ਸੁਣੀ ਹੈ ਮਨਪ੍ਰੀਤ ਕੌਰ ਦੀ ਗੱਲ, ਤੇ ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਪਰਮਜੀਤ ਸਿੰਘ ਜੋ ਮਨਪ੍ਰੀਤ ਕੌਰ ਦੇ ਫਾਦਰ ਨੇ, ਤੇ ਉਹਨਾਂ ਦਾ ਕੀ ਕਹਿਣਾ ਇਸ ਸੰਬੰਧ ਦੇ ਵਿੱਚ। ਤੇ ਅਸੀਂ ਸਮਝਦੇ ਹਾਂ ਕਿ ਜੇ ਪਰਚੇ ਹੋਏ ਨੇ, ਉਹਨਾਂ ਦੀ ਰਾਜਨੀਤਿਕ ਪਹੁੰਚ ਜੋ ਦੱਸਿਆ, ਖੈਰ ਅਸੀਂ ਇਹ ਤੱਕ ਜੜ ਤੱਕ ਨਹੀਂ ਪਹੁੰਚ ਸਕੇ ਤਾਂ ਕਿ ਰਾਜਨੀਤਿਕ ਪਹੁੰਚ ਕੀ ਹੈ। ਇਹਨਾਂ ਨੇ ਕਹਿਣੇ ਮੁਤਾਬਿਕ ਕਿ ਪਰਚਾ ਉਹਨਾਂ ਪਾਰਟੀ ਵੱਲੋਂ ਕਰਤਾ ਗਿਆ ਤੇ ਇਟ ਮੀਨਸ ਕਿ ਉਹਨਾਂ ਨੂੰ ਤਾਂ ਇਨਸਾਫ ਮਿਲ ਗਿਆ। ਗੱਲ ਆਪਾਂ ਉਹਨਾਂ ਦੀ ਕਰਾਂਗੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਾਂ ਗੁਹਾਰ ਲਗਾ ਰਹੇ ਨੇ। ਤੇ ਹੁਣ ਸਾਡੇ ਕੋਲ ਬੈਠੇ ਨੇ ਸਰਦਾਰ ਪਰਮਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਾਂਗਾ, ਫਾਸਟ ਨਿਊਜ਼ ਵਾਲਿਆਂ ਦਾ ਤੇ ਜੀ ਨਿਊਜ਼ ਵਾਲਿਆਂ ਦਾ, ਜਿਨ੍ਹਾਂ ਨੇ ਕਿ ਮੇਰੇ ਇਸ ਦੁੱਖ ਦੀ ਘੜੀ ਨੂੰ ਦੇਖ ਕੇ ਮੇਰੇ ਕੋਈ ਨਹੀਂ ਦਿਲ ਨਾ ਛੋਟਾ ਕਰੋ ਤੁਸੀਂ। ਮਤਲਬ ਆਪਾਂ ਤੇ ਇਨਸਾਫ ਦੀ ਗੱਲ ਕਰਨ ਆਏ ਆ ਕਿ ਸਾਨੂੰ ਤੁਹਾਡੇ ਦੇਖੋ ਤੁਹਾਡੇ ਰਿਸ਼ਤੇਦਾਰ ਆ, ਜੇ ਤੁਹਾਡੀ ਬੇਟੀ ਉੱਥੇ ਸੁਖੀ ਵਸੇ ਤੇ ਸਾਨੂੰ ਬਹੁਤ ਖੁਸ਼ੀ ਹੋਊਗੀ, ਲੇਕਿਨ ਜੇ ਤੁਸੀਂ ਦੁਖੀ ਹਿਰਦੇ ਦੇ ਨਾਲ ਜੇ ਕੋਈ ਗੱਲ ਕਹਿੰਦੇ ਉਹ ਸਾਡਾ ਸੁਣਨਾ ਸਾਡਾ ਫਰਜ਼ ਬਣਦਾ ਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ। ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਸਰ, ਮੈਂ ਆਪਣੀ ਬੇਟੀ ਦੀ ਜਿਹੜੀ ਸ਼ਾਦੀ ਸੀ ਬੜੇ ਚਾਅ ਦੇ ਨਾਲ, ਬੜੇ ਪਿਆਰ ਦੇ ਨਾਲ, ਕਿਉਂ ਧੀਆਂ ਦਾ ਵਿਆਹ ਵਾਰ-ਵਾਰ ਨਹੀਂ ਹੁੰਦਾ। ਧੀਆਂ ਇੱਕ ਹੋਈ ਅਨਮੋਲ ਦਾਤਾਂ ਆ ਜਿਹੜੇ ਸੰਸਾਰ ਨੂੰ ਚਲਾਉਂਦੀਆਂ। ਹਾਂਜੀ ਸਰ, ਮੈਂ ਇਮੋਸ਼ਨਲ ਜ਼ਰੂਰ ਆ ਕਿ ਮੈਂ ਧੀਆਂ ਦਾ ਬਾਪ ਆ, ਮੇਰੇ ਵਰਗੇ ਹੋਰ ਵੀ ਧੀਆਂ ਦੇ ਬਾਪ ਆ। ਸਰਕਾਰ ਇਹੀ ਕਹਿੰਦੀ ਆ ਬੇਟੀ ਪੜਾਓ ਬੇਟੀ ਬਚਾਓ। ਅਸੀਂ ਬੇਟੀ ਨੂੰ ਬਚਾਇਆ ਵੀ, ਬੇਟੀ ਨੂੰ ਪੜਾਇਆ ਵੀ। ਰਿਸ਼ਤੇ ਦੀ ਗੱਲ ਹੋਈ, ਮੇਰੀ ਬੇਟੀ ਵਿਆਹੁੰਦੇ ਲੈ ਕੋਈ, ਮੈਂ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ। ਵਿਆਹ ਤੋਂ ਪਹਿਲਾਂ
ਜਿਨ੍ਹਾਂ ਨੇ ਸਾਡਾ ਰਿਸ਼ਤਾ ਕਰਾਇਆ ਸਰ, ਉਹ ਗੁਰਲਾਲ ਸਿੰਘ, ਜੋ ਕਿ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਮੇਰੇ ਸਾਲਾ ਸਾਹਿਬ ਦਾ ਜਵਾਈ ਲੱਗਦਾ ਸੀ। ਉਹਨਾਂ ਰਾਹੀਂ ਉਹਨਾਂ ਦਾ ਵੀ ਰਿਸ਼ਤੇਦਾਰ ਸੀ ਸਾਡੇ ਕੁੜਮਾ ਪਰਿਵਾਰ ਦਾ। ਠੀਕ ਹੈ। ਉਹਦੇ ਰਾਹੀਂ ਉਹਨਾਂ ਨੇ ਇੱਕ ਸਿਫਾਰਿਸ਼ ਪਾਈ ਵੀ ਜਿਹੜਾ ਤੁਸੀਂ ਸਾਡੇ ਖਰਚਾ ਕਰਨਾ ਆ, ਉਹ ਤੁਸੀਂ ਸਾਨੂੰ 4 ਲੱਖ ਰੁਪਈਆ ਜਿੰਨਾ ਤੁਹਾਨੂੰ ਬਣਦਾ ਆ ਉਹ ਦੇ ਦਿਓ, ਅਸੀਂ ਲੜਕੀ ਨੂੰ ਬਾਹਰ ਭੇਜਣਾ। ਇਹ ਬਾਹਰ ਜਾਣ ਦੇ ਝਾਂਸਿਆਂ ਵਿੱਚ ਤੁਹਾਨੂੰ ਪਤਾ ਅੱਜ ਤੱਕ ਕਿੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਤੇ ਕਿੰਨੇ ਪਰਿਵਾਰ ਬਰਬਾਦ ਹੋ ਰਹੇ ਆ। ਹਾਂਜੀ ਹਾਂਜੀ। ਮੈਂ ਵੀ ਉਸ ਝਾਂਸੇ ਦੇ ਵਿੱਚ ਆਇਆ। ਮੈਂ ਇਹਨਾਂ ਨੂੰ ਕਿਹਾ ਵੀ ਮੈਂ 4 ਲੱਖ ਰੁਪਇਆ ਮੈਨੂੰ ਨਹੀਂ ਦੇ ਸਕਦਾ, ਮੈਂ ਵਿਆਹ ਕਰਾਂਗਾ। ਹਾਂ, ਮੇਰੀ ਬੇਟੀ ਨੂੰ ਤੁਸੀਂ ਬਾਹਰ ਭੇਜੋ ਜਾਵੇ, ਮੇਰੇ ਕੋਲ ਜੋ ਸਰਦਾ ਗਰੀਬੀ ਦਾ ਮੈਂ ਹੈਲਪ ਜਿੰਨੀ ਕਰੂੰਗਾ ਕਰ ਸਕਾਂਗਾ। ਠੀਕ ਹੈ। ਮੈਂ ਕੋਈ ਮੰਗ ਨਹੀਂ ਕੀਤੀ ਸੀ ਵੀ ਮੇਰੀ ਬੇਟੀ ਨੂੰ ਤੁਸੀਂ ਬਾਹਰ ਜ਼ਰੂਰ ਭੇਜੋ। ਠੀਕ। ਮੈਂ ਕੋਈ ਮੰਗ ਨਹੀਂ ਕੀਤੀ, ਭੇਜਣਾ ਨਾ ਭੇਜਣਾ ਇਹ ਇਹਨਾਂ ਦਾ ਡਿਪੈਂਡ ਕਰਦਾ ਸੀ। ਦੂਜੇ ਨੰਬਰ ਸਰ, ਜਦੋਂ ਵਿਆਹ ਹੋ ਗਿਆ, ਸ਼ਾਦੀ ਹੋ ਗਈ, ਇਹਨਾਂ ਨੇ ਸਾਡੇ ਨਾਲ, ਮੇਰੀ ਬੇਟੀ ਦੇ ਨਾਲ ਇੰਨੀ ਕੁ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਸਾਨੂੰ 2 ਮਹੀਨੇ ਦੇ ਪਹਿਲਾਂ ਸਾਡੀ ਬੇਟੀ ਨੇ ਕੋਈ ਗੱਲ ਹੀ ਨਹੀਂ ਕੀਤੀ ਕਿ ਮੇਰਾ ਪਰਿਵਾਰ ਵਸਦਾ। ਉਹਨੇ ਕਿਹਾ ਮੇਰੇ ਮੰਮੀ ਡੈਡੀ ਦੁਖੀ ਹੋਣਗੇ, ਨਹੀਂ। ਜਦੋਂ ਐਂਡ ਹੋ ਗਿਆ ਵਿਆਹ ਤੋਂ 2 ਮਹੀਨਿਆਂ ਬਾਅਦ ਤਕਰੀਬਨ ਹਿਸਾਬ ਲਾ ਲਓ, ਮੇਰੇ ਜੋ ਇਹਦਾ ਹਸਬੈਂਡ ਸੀ, ਮੇਰਾ ਜਵਾਈ ਸੀ ਕਰਮਦੀਪ ਸਿੰਘ, ਇਹਨਾਂ ਨੇ ਉਹ ਲਿਕਵਿਡ ਪੀਤੀ। ਬੇਟੀ ਸਾਡੀ ਨੇ ਸਾਨੂੰ ਰੋ ਰਿਹਾ ਕੋਈ ਡੈਡੀ, ਉਹ ਕਹਿੰਦਾ ਮੈਂ ਤੁਹਾਡਾ ਨਾਂ ਲਿਖਾ ਦੇਣਾ ਆ। ਅੱਛਾ। ਤੇ ਇਹ ਕਹਿੰਦੇ ਵੀ ਤੁਸੀਂ 4 ਲੱਖ ਤੁਸੀਂ ਕਰਦੇ ਜਾਂ ਤੁਸੀਂ ਪੈਸਾ ਵਿਆਹ 'ਚ ਖਰਚ ਕੀਤਾ ਉਹ ਸਾਨੂੰ ਦਿੰਦੇ। ਉਹ ਮੈਂ ਜੀ ਇਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਮੁੜ ਕੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸੱਦਿਆ, ਬੈਠੇ, ਸਾਡੀ ਮੀਟਿੰਗ ਹੋਈ, ਉਹਨਾਂ ਵਿੱਚੋਂ ਝੂਠੇ ਪਾਏ ਗਏ। ਠੀਕ ਹੈ। ਵੀ ਮੈਂ ਪੀਤੀ, ਇਸ ਗੱਲ ਦੀ ਮੈਂ ਗਲਤੀ ਮੰਨਦਾ। ਜਿਹੜੀ ਇਹ ਸਾਡੀ ਕੁੜਮ ਸਾਹਿਬ ਦੀ ਮਾਤਾ ਸੀ, ਸਾਡੇ ਜਵਾਈ ਦੀ ਦਾਦੀ ਸੀ, ਉਹ ਇਸ ਟਾਈਮ ਐਕਸਪਾਇਰ ਹੋ ਚੁੱਕੀ ਹੈ। ਠੀਕ ਹੈ। ਮੁੜ ਕੇ ਸਰ ਇਹਨਾਂ ਨੇ ਸਾਡਾ ਹਿਸਾਬ ਲਾ ਲਓ ਵੀ ਮੈਂ ਕੀ ਕਰ ਸਕਦਾ, ਮੈਂ ਦੱਸ ਨਹੀਂ ਸਕਦਾ ਜੋ ਇਹਨਾਂ ਨੇ ਹਾਲ ਕੀਤਾ। ਬੇਟੀ ਨੂੰ ਇਹਨਾਂ ਨੇ ਕੁੱਟਿਆ ਵੀ, ਵਾਲ ਵੀ ਪੱਟੇ ਇਹਦੇ, ਮੇਰੀ ਬੇਟੀ ਦੇ, ਜਿੱਦਾਂ ਕਿ ਮੈਂ ਆਪਣੀ ਬੇਟੀ ਨੂੰ ਅਜੇ ਤੱਕ ਟੱਚ ਨਹੀਂ ਸੀ ਕਰਕੇ ਦੇਖਿਆ। ਠੀਕ ਹੈ। ਠੀਕ ਹੈ ਜੀ। ਤੇ ਬਾਪ ਗਰੀਬ ਜ਼ਰੂਰ ਹੁੰਦਾ, ਬਾਪ ਦਾ ਦਿਲ ਨਹੀਂ ਗਰੀਬ ਹੁੰਦਾ। ਸਰ ਇਹਨਾਂ ਨੇ ਵਾਲ ਹੀ ਪੱਟੇ, ਮੂੰਹ 'ਚੋਂ ਖੂਨ ਵੀ ਕੱਢਿਆ। ਅਸੀਂ ਵਿਚੋਲਾ ਸਾਹਿਬ ਨਾਲ ਲੈ ਕੇ ਉਹਦੇ ਘਰੇ ਪਹੁੰਚੇ, ਗੱਲਬਾਤ ਕੀਤੀ। ਚਲੋ ਉੱਥੇ ਉਹਨਾਂ ਨੇ ਆਪਣੀ ਗਲਤੀ ਦਾ ਫਿਰ ਅਹਿਸਾਸ ਕੀਤਾ। ਠੀਕ ਹੈ। ਜਿਹੜਾ ਕਰਮਜੀਤ ਸਿੰਘ ਉਹ ਕੰਮ ਤੇ ਚਲ ਗਿਆ, ਡਿਊਟੀ ਆਪਣੀ ਤੇ, ਉਹਨੂੰ ਫੋਨ ਕਰਕੇ ਸੱਦਦੇ ਰਹੇ ਕਿ ਨਹੀਂ ਪਹੁੰਚਿਆ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਆ ਗਏ। ਸਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਮੁੜ ਕੇ ਉਸ ਤੋਂ ਦੁਬਾਰਾ ਫਿਰ ਝਗੜਾ ਥੋੜਾ ਰੀਤੀ ਝਗੜਾ ਰਹਿਣ ਕਰਨਾ ਸ਼ੁਰੂ ਕਰ ਦਿੱਤਾ, ਕਦੇ ਪੈਸੇ ਤੋਂ, ਕਦੇ ਲੈਣ ਤੋਂ, ਕਦੇ ਰੋਟੀ ਪਾਣੀ ਬਣਾਉਣ ਤੋਂ। ਮੇਰੀ ਬੇਟੀ ਨੇ +2 ਕੀਤੀ ਆ। ਸਰ ਮੈਂ ਇਹ ਕਹਿਣਾ ਮੰਗ ਕਰਦਾ ਜੀ, ਜੇ ਮੇਰੀ ਬੇਟੀ ਰੋਟੀ ਪਾਣੀ ਨਹੀਂ ਸੀ ਬਣਾਉਣਾ ਆਉਂਦਾ, ਕੰਮ ਨਹੀਂ ਸੀ ਕਰਨਾ ਆਉਂਦਾ, ਫਿਰ ਇਹਨਾਂ ਨੇ ਸਾਡਾ ਰਿਸ਼ਤਾ ਕਿਉਂ ਜੁਆਇੰਟ ਕੀਤਾ? ਕਿਸ ਗੱਲ ਤੋਂ ਕੀਤਾ? ਜਿਹੜਾ ਬੱਚਾ ਅੱਜ ਦਾ ਪੜ੍ਹਿਆ ਲਿਖਿਆ ਆ, ਉਹ ਬੇਟੀ ਸਾਰਾ ਘਰ ਦਾ ਕੰਮ ਕਰਦੀ ਆ। ਭਾਵੇਂ ਅਸੀਂ 200 ਬੰਦਾ 100 ਬੰਦੇ ਦੀ ਰੋਟੀ ਪਾਣੀ ਦਾ ਖਰਚਾ ਦੇਖ ਲਓ, ਨਾ ਬਣਾਓਗੇ ਅਸੀਂ ਉਸਦੇ ਜ਼ਿੰਮੇਵਾਰ ਹੋਵਾਂਗੇ। ਸਾਰਾ ਇਹਨਾਂ ਗੱਲਾਂ ਨੂੰ ਲੈ ਕੇ ਇਹਦਾ ਝਗੜਾ ਰਿਹਾ। ਜਿਹੜਾ ਹੁਣ ਸਰ ਝਗੜਾ ਹੋਇਆ, ਮੇਰੀ ਬੇਟੀ ਨੂੰ ਮੈਂ ਲੈ ਕੇ ਆਇਆ। ਜਦੋਂ ਮੈਨੂੰ ਐਂਡ ਹੋਇਆ, ਮੇਰੀ ਬੇਟੀ ਨੇ ਸਰ ਮੈਨੂੰ ਫੋਨ ਕੀਤਾ ਕਿ ਮੈਨੂੰ ਇਦਾਂ ਗੱਲਬਾਤ, ਮੈਨੂੰ ਟਾਰਚਰ ਕਰਦੇ ਆ। ਸਰ ਇਹ ਕਿਸੇ ਸਾਧੂਆਂ ਸੰਤਾਂ ਮਹਾਤਮਾ ਕੋਈ ਪਤਾ ਨਹੀਂ ਕਿੱਥੇ ਗਏ ਆ। ਇਹਨਾਂ ਨੇ ਇੱਕ ਤਵੀਤ ਦੇ ਰੂਪ ਦੇ ਵਿੱਚ ਅਲਮਾਰੀ ਵਿੱਚ ਕੋਈ ਸਮਾਨ ਲਿਆ ਕੇ ਰੱਖਿਆ, ਕੋਈ ਪਤਾ ਨਹੀਂ ਤਵੀਤ ਸੀ ਜਾਂ ਕੀ ਸੀ। ਅਸੀਂ ਤਵੀਤ ਨੂੰ ਨਹੀਂ ਮੰਨਦੇ ਜੀ, ਨਾ ਮੈਂ ਬਾਬਿਆਂ ਦੇ ਜਾਣਾ, ਮੈਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੇਵਾ ਕਰਦਾ ਤੇ ਸੇਵਾਦਾਰ ਹਾਂ। ਠੀਕ ਹੈ। ਠੀਕ ਹੈ ਜੀ। ਮੈਂ ਇੱਕ ਮਿਡਲ ਕਲਾਸ ਦਾ ਬੰਦਾ ਆ, ਦਲਿਤ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ, ਗਰੀਬੀ ਆ ਘਰ ਦੇ ਵਿੱਚ। ਅਸੀਂ ਕੰਮ ਵੀ ਮਿਹਨਤ ਕਰਕੇ, ਦਿਹਾੜੀ ਕਰਕੇ, ਕੱਪੜਾ ਟਾਕੀ ਵੇਚ ਕੇ ਮੈਂ ਕੰਮ ਕਰਦਾ। ਮੈਂ ਪਾਠ ਦੀਆਂ ਡਿਊਟੀਆਂ ਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜੀ। ਠੀਕ ਹੈ ਸਰ। ਉਸ ਤੋਂ ਬਾਅਦ ਅਸੀਂ ਗਏ ਆ, ਫੋਨ ਕੀਤਾ, ਉਹ ਅਲਮਾਰੀ ਚੀਜ਼ ਨਿੱਕੀ 4 ਦਿਨ ਪਹਿਲਾਂ ਨਿਕਲੀ। ਇਹਨਾਂ ਨੇ ਸਾਨੂੰ ਕੋਈ ਸੱਦਾ ਨਹੀਂ ਭੇਜਿਆ, ਕੋਈ ਪੱਤਰ ਨਹੀਂ ਭੇਜਿਆ ਵੀ ਤੁਹਾਡੇ ਪਰਿਵਾਰ 'ਚ 1 ਸਾਲ ਹੋ ਗਿਆ ਮੇਰੀ ਬੇਟੀ ਦੇ ਵਿਆਹ ਨੂੰ। 2020 ਦੇ ਵਿੱਚ ਮੈਰਿਜ ਹੋਈ ਆ, 31 ਮਈ ਨੂੰ। ਠੀਕ ਹੈ। ਜਿਹੜੀ ਜਦੋਂ ਸਾਨੂੰ ਸੁਨੇਹਾ ਮਿਲਿਆ ਉਹ 6 ਮਈ 2021 ਨੂੰ ਮਿਲਿਆ ਜੀ ਸ਼ਾਮ ਨੂੰ। ਠੀਕ ਹੈ। ਅਸੀਂ ਗਏ ਆ, ਵਿਚੋਲਾ ਸਾਹਿਬ ਨੂੰ ਫੋਨ ਕੀਤਾ, ਕਹਿੰਦਾ ਜੀ ਤੁਸੀਂ ਜਾਓ, ਜੇ ਉਹਨਾਂ ਦਾ ਝਗੜਾ ਹੁੰਦਾ ਜਾਂ ਤੂੰ ਮੈਂ ਹੁੰਦੀ ਤਾਂ ਤੁਸੀਂ ਆਪਣੀ ਬੇਟੀ ਨੂੰ ਨਾਲ ਲੈ ਕੇ ਆਪਣੇ ਘਰ ਆ ਜਾਓ, ਆਪਾਂ ਬਾਅਦ 'ਚ ਬੈਠ ਕੇ ਇਹਦਾ ਰਾਜੀਨਾਮਾ ਕਰ ਲਵਾਂਗੇ। ਠੀਕ ਹੈ। ਮੈਂ ਉਸ ਗੱਲ ਨੂੰ ਮੰਨਿਆ ਜੀ। ਮੈਂ ਗਿਆ, ਪਹਿਲਾਂ ਗੱਲਾਂ ਬਾਤਾਂ ਸੁਣੀਆਂ, ਅਸੀਂ ਬੈਠੇ ਆ, ਗੱਲਬਾਤ ਕੀਤੀ ਆ, ਪਾਣੀ ਪੂਣੀ ਕੀਤੀ ਆ। ਗੱਲਾਂ ਕਰਦਿਆਂ ਸਾਡੀ ਬੇਟੀ ਦਾ ਜੇਠ ਜਿਹੜਾ ਭੁਪਿੰਦਰ ਸਿੰਘ ਆ ਸਰ, ਉਸ ਬੰਦੇ ਨੇ ਮੇਰੇ ਹੱਥੋਂ ਪਾਈ ਹੋਇਆ, ਮੇਰੇ ਘਰਦਿਆਂ ਦੇ ਹੱਥੋਂ ਪਾਈ ਹੋਇਆ। ਅਸੀਂ ਇਸ ਟਾਈਮ ਇੰਨੇ ਕੁ ਪਰੇਸ਼ਾਨ ਆ, ਇੱਥੋਂ ਤੱਕ ਕਿ ਉਹਨੇ ਮੇਰੇ ਦਸਤਾਰ ਦੀ ਵੀ ਬੇਅਦਬੀ ਕੀਤੀ ਹੈ। ਇਹ ਦਸਤਾਰ ਵੀ ਹਾਲੇ ਕਿ ਮਹੱਲਾ ਗਵਾਹ ਆ ਉੱਥੇ ਦਾ,
ਫਿਰ ਸਾਡੀ ਮਹੱਲੇ ਵਾਲਿਆਂ ਨੇ ਸਪੋਰਟ ਕੀਤੀ ਵੀ ਤੁਸੀਂ ਧੱਕਾ ਕਰਦੇ ਹੋ। ਫਿਰ ਉਹਨਾਂ ਨੂੰ ਘੂਰਿਆ ਤੇ ਫਿਰ ਜਾ ਕੇ ਉਹ ਥੋੜਾ ਜਿਹਾ ਠੰਡੇ ਹੋਏ ਜੀ। ਅਸੀਂ ਫਿਰ ਉੱਥੋਂ ਸਾਰਾ ਅਸੀਂ ਰਿਪੋਰਟ ਕੀਤੀ, 112 ਨੰਬਰ ਤੇ ਪੁਲਿਸ ਆਈ, ਉਹਨਾਂ ਨੇ ਸਾਡੀ ਗੱਲਬਾਤ ਸੁਣੀ। ਜਿਹੜੀ ਗੱਲਬਾਤ ਸੁਣੀ ਉਹਨਾਂ ਦੀ ਪੱਖ ਦੀ ਹੀ ਗੱਲ ਕੀਤੀ, ਇੱਥੋਂ ਤੱਕ ਗੱਲ ਕੀਤੀ ਕਿ ਮੈਨੂੰ ASI ਸਾਹਿਬ ਨੇ ਇਹ ਗੱਲ ਕਹੀ ਕਿ ਤੁਸੀਂ ਹਮਲਾ ਕਰਨ ਵਾਸਤੇ ਆਏ ਹੋ ਉਹਦੇ ਘਰ ਦੇ। ਮੈਂ ਉਹਨੂੰ ਕਿਹਾ ਜੀ ਮੈਂ ਆਪਣੀ ਬੇਟੀ ਨੂੰ ਮਿਲਣ ਵਾਸਤੇ ਆਇਆ, ਬੇਟੀ ਦਾ ਦੁੱਖ ਦੇਖਣ ਵਾਸਤੇ ਆਇਆ, ਮੈਂ ਹਮਲਾ ਕਰਨ ਨਹੀਂ ਆਇਆ। ਜੇ ਆਪਣੇ ਘਰ ਬੇਟੀਆਂ ਦੇ ਘਰ ਉਹਦਾ ਬਾਪ ਆ ਨਹੀਂ ਸਕਦਾ, ਜੇ ਉਹਦੇ ਤੇ ਇਹੀ ਇਲਜ਼ਾਮ ਲੱਗਣਾ ਤੇ ਬੇਟੀਆਂ ਦਾ ਅਸੀਂ ਵਿਆਹੀਏ, ਕੀ ਵਿਆਹ ਦਾ ਫਾਇਦਾ ਵਿਆਹੁਣ ਦਾ ਨਾ। ਹੁਣ ਮੌਜੂਦਾ ਸਾਡਾ ਜਿਹੜਾ ਮੌਜੂਦਾ ਜੀ, ਉਸ ਤੋਂ ਬਾਅਦ ਸਰ ਮੈਂ ਆਪਣੀ ਬੇਟੀ ਲੈ ਆਇਆ। ਅੱਛਾ, ਬੇਟੀ ਲਿਆਂਦੀ, ਅਸੀਂ ਆ ਕੇ 6 ਮਈ ਨੂੰ ਆਏ ਆ ਲੈ ਕੇ ਰਾਤ ਨੂੰ, ਤੇ ਜਦੋਂ ਅਸੀਂ ਦਰਖਾਸਤ ਦਿੱਤੀ ਆ 7 ਮਈ ਨੂੰ ਅਸੀਂ ਸਵੇਰੇ ਅੰਮ੍ਰਿਤ ਵੇਲੇ 10-11 ਵਜੇ 10 ਵਜੇ ਦੇ ਕਰੀਬ ਦਰਖਾਸਤ ਦੇ ਦਿੱਤੀ। ਜਦੋਂ ਮੈਂ ਬੇਟੀ ਆਪਣੀ ਦੇ ਦੇਖਿਆ ਵੀ ਰਾਤ ਦਾ ਸਮਾਂ ਮੈਂ ਨਹੀਂ ਦੇਖ ਸਕਿਆ, ਲੜਾਈ ਝਗੜੇ ਵਿੱਚ ਇਹਦੇ ਸੱਟਾਂ ਲੱਗੀਆਂ ਸੀ, ਖਿੱਚ ਤੂੰ ਹੋਈ ਸੀ ਇਹਦੀ, ਗਲੇ ਤੇ ਵੀ ਹੋਈ, ਬਾਹਾਂ ਤੇ ਵੀ ਹੋਈ, ਵਾਲਾਂ 'ਚ ਵੀ ਹੋਈ ਇਹਦੇ। ਇਹਨਾਂ ਨੇ ਰਸੋਈ 'ਚੋਂ ਧੱਕੇ ਮਾਰ ਕੇ ਖਿੱਚ ਧੂ ਕਰਕੇ ਉਹਨੂੰ ਬਾਹਰ ਕੱਢਿਆ ਸੀ ਦੁਪਹਿਰ ਦੇ ਵੇਲੇ 6 ਮਈ ਨੂੰ 2021 ਨੂੰ। ਠੀਕ ਹੈ ਸਰ, ਅਸੀਂ ਜਦੋਂ ਇੱਥੇ ਆਏ ਆ ਘਰੇ, ਮੈਂ ਦੇਖ ਕੇ ਮੇਰਾ ਮਨ ਬਹੁਤ ਪਿਆਰਾ ਹੋ ਗਿਆ। ਜਿਹੜੇ ਮੇਰੀ ਧੀ ਦੇ ਨੇ ਹਾਲਾਤ ਕੀਤੇ ਸੀ, ਮੇਰੀ ਇੱਕ ਕੋਮਲ ਬੱਚੀ ਪਰਿਵਾਰ ਦੀ, ਉਹਨੇ ਮੇਰੀ ਇੰਨੀ ਪਰਿਵਾਰ ਦੀ ਸੇਵਾ ਕੀਤੀ। ਮੇਰੀਆਂ 2 ਲੜਕੀਆਂ ਜੀ, 2 ਲੜਕੇ ਮੇਰੇ। ਠੀਕ ਹੈ ਜੀ। ਇਸ ਪਰਿਵਾਰ ਨੇ ਸਾਡਾ ਜੀਣਾ ਹਰਾਮ ਕਰਕੇ ਦਿੱਤਾ ਜੀ। ਮੈਂ ਕੁਛ ਦੱਸ ਨਹੀਂ ਸਕਦਾ ਸਰ, ਮੈਂ ਕਿੰਨਾ ਕੁ ਇਸ ਟਾਈਮ ਦੁਖੀ ਹਾਂ। ਤੁਸੀਂ ਫਿਰ ਮਈ ਜਿਹੜੀ ਦਰਖਾਸਤ ਦਿੱਤੀ ਸੀ ਉਹਦਾ ਕੀ ਬਣਿਆ ਸਰ? ਉਹਨਾਂ ਨੇ ਉਸ ਦਰਖਾਸਤ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਅਸੀਂ ASI ਗੋਪਾਲ ਜੀ ਨਾਮ ਦੇ ਹੈਗੇ ਆ। ਅੱਛਾ, ਉਹਨਾਂ ਦੇ ਕੋਲ ਸਾਡਾ ਕੇਸ ਸੀ। ਉਹਨਾਂ ਨੂੰ ਵਾਰ-ਵਾਰ ਫੋਨ ਕਰਦੇ ਰਹੇ ਕਿ ਮਹਾਰਾਜ ਦੱਸੋ ਸਾਡਾ ਸੁਨੇਹਾ ਭੇਜਿਆ। ਕਹਿੰਦਾ ਮੈਂ ਭੇਜਣ ਲੱਗਾ, ਮੈਂ ਕਰਨ ਲੱਗਾ, ਮੈਨੂੰ ਖਰਚਾ ਕਾਰਵਾਈ ਨਹੀਂ ਹੋਈ। ਕਾਰਵਾਈ ਕੋਈ ਖਰਚਾ ਦਿੱਤਾ ਨਹੀਂ, ਤੇਲ ਖਰਚਾ ਹੈ ਨਹੀਂ ਜੀ, ਫਲਾਣ ਹੈ ਨਹੀਂ ਜੀ। ਉਹਨਾਂ ਨੇ ਜੋ ਅਸੀਂ ਇਦਾਂ ਕਰਦੇ ਰਹੇ, ਉਹਨਾਂ ਸਾਡਾ ਟਾਈਮ ਲੰਘਾਉਂਦੇ ਗਏ ਜੀ। ਇਹਦੀਆਂ ਰਿਕਾਰਡਿੰਗਾਂ ਵੀ ASI ਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਪਈਆਂ ਜਦੋਂ ਨੇ ਕਿਹਾ। ਹੁਣ ਕੀ ਵਾਪਰਿਆ? ਹੁਣ ਕੀ ਤਾਜ਼ਾ ਵਾਪਰਿਆ ਸਰ? ਇਦਾਂ ਹੋਈ ਆ, ਉਸ ਤੋਂ ਬਾਅਦ 3 ਮਹੀਨੇ ਸਾਡੀ ਕੋਈ ਸੁਣਵਾਈ ਨਹੀਂ। ਅਸੀਂ ਦਿੱਲੀ ਤੱਕ ਰਿਪੋਰਟ ਪਾਈ। ਠੀਕ ਹੈ। DSP ਕੋਲ ਉਹਨਾਂ ਨੇ, ਚਲੋ ਉੱਥੋਂ ਦੀ ਜੋ ਦਿੱਲੀ ਦੀ ਕਾਰਵਾਈ ਆਈ ਆ, ਤੇ ਉੱਥੋਂ ਉਹਨਾਂ ਨੇ ਫਿਰ ਕਾਰਵਾਈ ਕਰਕੇ ਤੇ ਇਹਦਾ DSP ਸਾਹਿਬ ਨੇ ਇਹਨਾਂ ਨੂੰ ਸੱਦਿਆ ਜੀ। ਠੀਕ ਹੈ। ਜੋ DSP ਸਾਹਿਬ ਨੇ ਸਾਰਿਆਂ ਨੂੰ ਸੱਦਿਆ, ਇਹ ਆਏ ਆ, ਉੱਥੇ ਇਹੀ ਗੱਲਾਂ ਬਾਤਾਂ ਹੋਈਆਂ। ਮੇਰੇ ਤੋਂ ਇਹ ਬਿਨਾਂ ਦੱਸੇ ਆਏ ਆ, ਬਿਨਾਂ ਸਾਨੂੰ ਫੋਨ ਆ ਗਿਆ। ਜਦੋਂ ਇਹ DSP ਸਾਹਿਬ ਕੋਲ ਪਹੁੰਚ ਗਏ ਆ, ਮੈਂ ਘਰ ਨਹੀਂ ਸੀ, ਮੈਂ ਚਲ ਗਿਆ ਆਪਣੇ ਕਾਰੋਬਾਰ ਤੇ। ਮੇਰੇ ਬੱਚੇ ਸਾਰੇ ਗਏ ਆ ਨਾਲ, ਮੇਰੇ ਬੱਚੇ ਗਏ ਆ ਉੱਥੇ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ। ਮਨਪ੍ਰੀਤ ਨਾਲ ਉਹਦੇ ਹਸਬੈਂਡ ਦੀ ਗੱਲਬਾਤ ਹੋਈ। ਉਹਦਾ ਹਸਬੈਂਡ ਦਾ ਮੈਨੂੰ ਇਹ ਪਤਾ ਲੱਗਿਆ ਗੱਲ ਕਰਨ ਦੇ ਵਿੱਚੋਂ, ਮੇਰੀ ਬੇਟੀ ਨੇ ਗੱਲ ਦੱਸੀ ਆ, ਕਹਿੰਦਾ ਵੀ ਮੈਂ ਰੱਖਣ ਨੂੰ ਤਿਆਰ ਹਾਂ, ਮੇਰੀਆਂ ਕੁਝ ਸ਼ਰਤਾਂ ਨੇ। ਸ਼ਰਤਾਂ ਤੇ ਸਰ ਸਾਡੀਆਂ ਹੋਣੀਆਂ ਚਾਹੀਦੀਆਂ। ਕੁੱਟਮਾਰ ਸਾਡੀ ਧੀ ਨਾਲ ਹੁੰਦੀ ਆ, ਲੈਣ ਦੇਣ ਦਾ ਝਗੜਾ ਸਾਡੀ ਧੀ ਨਾਲ ਆ। ਅੱਜ ਤੱਕ ਹਾਲੇ ਕੋਈ ਸ਼ਰਤ ਵੀ ਨਹੀਂ ਰੱਖੀ ਸਰ। ਉਹ ਸ਼ਰਤਾਂ ਪਹਿਲਾਂ ਉਹਦਾ ਵੀ ਇਹਦਾ ਮਾਂ-ਬਾਪ, ਇਹਦੇ ਭੈਣ ਭਰਾ ਇੱਥੇ ਆਉਣੇ ਨਹੀਂ ਚਾਹੀਦੇ। ਹਾਲਾਂਕਿ ਸਰ ਸਾਨੂੰ ਸਾਲ ਹੋ ਗਿਆ ਵੇ, ਅਸੀਂ, ਮੇਰੇ ਬੇਟਾ, ਪਰਿਵਾਰ ਮੇਰਾ ਕੋਈ ਨਹੀਂ ਗਿਆ। ਅਸੀਂ ਆਪਣੇ ਕੁੜਮ ਸਾਹਿਬ 2 ਵਾਰੀ ਪਤਾ ਲੈਣ ਜ਼ਰੂਰ ਗਏ। ਜਿਹੜੇ ਪਰਚੇ ਤੱਕ ਗੱਲ ਪਹੁੰਚੀ ਹੈ ਤੁਹਾਡੇ ਦੇ ਪਰਚੇ ਪਰਿਵਾਰ ਤੇ ਹੋਇਆ ਸਰ? ਬੰਦੇ ਪਰਚੇ ਹੋਏ, ਇਹ ਕਿੱਦਾਂ ਹੋਇਆ ਸਰ? ਇਹ ਨਜਾਇਜ਼ ਆ, ਇਹ ਧੱਕਾ ਆ, ਇਹ ਸ਼ਰੇਆਮ ਧੱਕਾ ਕੀਤਾ। ਸਾਡੇ ਦੇ ਕੋਈ ਸੁਣਵਾਈ ਨਹੀਂ ਹੋਈ। ਧੱਕਾ ਇਦਾਂ ਆ ਸਰ, ਬੇਟੀ ਨੂੰ ਕੁਝ ਦਿਨ ਪਹਿਲਾਂ ਫਿਰ ਇਹਨਾਂ ਸਰ ਉਹ 15 ਦਿਨਾਂ ਟਾਈਮ ਲੈ ਕੇ 5 ਤਰੀਕ ਨੂੰ ਉਹਨਾਂ ਨੇ ਆਉਣਾ ਸੀ DSP ਸਾਹਿਬ ਦਫ਼ਤਰ। ਇਹ ਉੱਥੇ ਨਹੀਂ ਪਹੁੰਚੇ। ਨਾ ਪਹੁੰਚਣ ਦੇ ਬਾਵਜੂਦ ਫਿਰ ਇਹਨਾਂ ਨੇ ਸਾਡੀ ਬੇਟੀ ਨੂੰ ਫੋਨ ਕੀਤਾ ਵੀ ਮਨਪ੍ਰੀਤ ਨਾਲ ਹਸਬੈਂਡ ਦੀ ਗੱਲ ਹੋਈ, ਗੱਲਾਂ ਬਾਤਾਂ ਦੀ ਕਾਫੀ ਹੋਈਆਂ। ਜਿਹੜੀ ਗੱਲ ਦਾ ਮੈਨੂੰ ਵਿੱਚੋਂ ਪਤਾ ਲੱਗਿਆ, ਮੇਰੀ ਬੇਟੀ ਨੇ ਦੱਸਿਆ, ਕਹਿੰਦੀ ਡੈਡੀ ਜੀ ਉਹਨਾਂ ਨੇ ਇਹ ਗੱਲ ਕਹੀ ਆ ਮੇਰੇ ਹਸਬੈਂਡ ਨੇ ਵੀ ਤੂੰ ਆਪਣੇ ਕੱਪੜੇ ਬੈਗ 'ਚ ਪਾ ਕੇ ਫਲੋਰ ਅੱਡੇ 'ਤੇ ਆ ਜਾ, ਮੈਂ ਤੈਨੂੰ ਉੱਥੋਂ ਲੈ ਜਾਣਾ, ਫਿਰ ਆਪਾਂ ਮੁੜ ਕੇ ਕਿਤੇ ਘੁੰਮਣ ਪੈ ਜਾਵਾਂਗੇ, ਆਪੇ ਗੱਲ ਨਿਬੜ ਜੂਗੀ। ਤੇ ਮੈਨੂੰ ਕਹਿੰਦੀ, ਮੈਂ ਉਹਨੂੰ ਇਹ ਜਵਾਬ ਦੇ, ਮੈਂ ਸਾਡਾ ਝਗੜਾ ਹੋਇਆ, ਅਸੀਂ ਇੱਦਾਂ ਨਹੀਂ, ਮੈਂ ਇੱਦਾਂ ਨਹੀਂ ਆਉਣਾ, ਤੁਸੀਂ ਆਉਣਾ ਤੇ ਆ ਕੇ ਮੈਨੂੰ ਘਰੋਂ ਆ ਕੇ ਲਿਜਾ ਸਕਦੇ ਹੋ। ਪਰ ਸਰ ਉਸ ਤੋਂ ਬਾਅਦ ਇੰਨੀਆਂ ਗੱਲਾਂ ਬਾਤਾਂ ਹੋਈਆਂ। ਸਾਡੇ ਜੋ ਇੱਥੇ ਦੇ ਇੰਚਾਰਜ ਜਾਂ ਮੈਂਬਰ, ਪੰਚਾਇਤ ਮੈਂਬਰ ਨਾਲ ਗੱਲਬਾਤ ਕੀਤੀ, ਉਹਨਾਂ ਨੇ ਉਹਦੇ ਹਸਬੈਂਡ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਚਲੋ ਅਸੀਂ ਆਉਣੇ ਆ। ਸਰ ਆਏ, ਉਹ ਲੈਣ ਦੀ ਨੀਤੀ 'ਚ ਨਹੀਂ ਆਏ, ਉਹ ਝਗੜੇ ਦੀ ਨੀਤੀ 'ਚ ਆਏ। ਇੱਦਾਂ ਪੰਚਾਇਤ ਬੈਠੀ ਸਰ, ਪੰਚਾਇਤ ਦੇ ਵਿੱਚ ਉਹਨਾਂ ਨੇ ਗੱਲਾਂ ਬਾਤਾਂ ਹੋ ਰਹੀਆਂ, ਗੱਲਾਂ ਬਾਤਾਂ ਵਿੱਚ ਸਰ ਤੂੰ ਮੈਂ ਝਗੜਾ ਕਰਨ ਲੱਗ ਪਏ। ਉੱਠ ਕੇ ਉਹ ਬਾਹਰ ਆ ਗਏ ਆ। ਬਾਹਰ ਆਉਣ ਦੇ ਬਾਵਜੂਦ ਸਾਡੇ ਕਰਮਜੀਤ ਸਿੰਘ ਜਵਾਈ ਨੇ ਇਹ ਗੱਲ ਕਹੀ ਆ ਕਿ ਅੱਗੇ ਤੇਰੇ ਬਾਪ ਦੀ ਦਸਤਾਰ ਦਾ ਬੇਅਦਬੀ ਕੀਤੀ ਆ, ਹੁਣ ਤੇਰੇ ਭਰਾਵਾਂ ਦੇ ਦਸਤਾਰ ਦੀ ਬੇਅਦਬੀ ਵੀ ਕਰਨੀ ਆ। ਉੱਥੋਂ ਤੂੰ ਮੈਂ ਝਗੜਾ ਜ਼ਰੂਰ ਹੋਇਆ ਸਰ, ਲੜਾਈ ਜ਼ਰੂਰ, ਉਹਦੇ ਵਿੱਚ ਕੋਈ ਹਥਿਆਰ ਨਹੀਂ ਵਰਤਿਆ ਗਿਆ, ਕੋਈ ਕੁਛ ਵਾਇਲਟ ਨਹੀਂ ਹੋਇਆ ਸਰ। ਇਹ ਹੱਥੋਂ ਪਾਈ ਜ਼ਰੂਰ ਹੋਈ ਆ,
ਸਰ ਇਹ ਤਾਂ ਝੂਠਾ ਹੀ 307 ਦਾ ਪਰਚਾ ਬਣਾਇਆ। ਸਾਡੇ ਸੱਟਾਂ ਸਾਡੇ ਬੱਚਿਆਂ ਦੇ ਮੇਰੇ ਪਰਿਵਾਰ ਦੇ ਇਹਨਾਂ ਨੇ ਗੱਡੀ ਚਲਾਉਂਦੇ ਮਾਰਨ ਦੀ ਕੋਸ਼ਿਸ਼ ਸਰ ਮੇਰੇ ਇਹਨਾਂ ਨੇ ਕੀਤੀ ਆ। ਮੇਰੇ ਬੇਟੇ ਤੇ ਗੱਡੀ ਚਲਾਉਂਦੇ ਆ, ਬੱਚੇ ਦਾ ਮੇਰੇ ਦਾ ਪੈਰ ਟੁੱਟਿਆ ਹੋਇਆ ਜੀ, ਸੱਟ ਵੱਜੀ ਆ। ਮੇਰੇ ਵੱਡੇ ਬੇਟੇ ਦੇ ਬਾਂਹ ਦੇ ਸੱਟ ਨਿਕਲੀ ਆ। ਮੇਰਾ ਬ੍ਰਦਰ ਵਿੱਚ ਆ, ਉਹਦੇ ਸੱਟਾਂ ਲੱਗੀਆਂ। ਮੇਰਾ ਜਵਾਈ ਸਾਹਿਬ ਵੱਡਾ ਉਹਦੇ ਸੱਟਾਂ ਲੱਗੀਆਂ। ਉਹਦੇ ਖਿੱਚ ਤੂੰ ਇਹ ਦੇਖੋ ਤਾਂ ਹਾਲ ਮੈਂ ਤੁਹਾਨੂੰ ਵੀਡੀਓ ਦਿਖਾਵਾਂ, ਤੁਸੀਂ ਉਧਰ ਕੈਮਰਾ ਕਰੋ, ਮੈਂ ਦਿਖਾਵਾਂਗਾ ਤੁਹਾਨੂੰ ਕਿ ਕਿੰਨੀਆਂ ਸੱਟਾਂ। ਅਸੀਂ ਹਸਪਤਾਲ ਦਾਖਲ ਹੋਏ ਸਰ, ਉੱਥੇ ਇਹਨਾਂ ਨੇ ਆਪਣੇ ਝੂਠੀਆਂ ਦਰਖਾਸਤਾਂ ਪਰਚਾ ਬਣਾ ਕੇ ਸਾਡੇ ਦੇ 307 ਪਰਚਾ ਲਵਾਤਾ। ਸਰ 307 ਕਿਸ ਵੇਚ ਤੇ ਲਵਾਈ ਗਈ ਆ? ਮੇਰੀ ਬੇਟੀ ਦੁਖੀ ਆ, ਅਸੀਂ ਘਰੋਂ ਬਰਬਾਦ ਹੋ ਗਏ। ਮੈਂ ਆਪਣੀ ਕੁਛ ਕਹਿ ਨਹੀਂ ਸਕਦਾ ਸਰ, ਮੈਨੂੰ ਇਹਨਾਂ ਨੇ ਇੰਨਾ ਟਾਰਚਰ ਕੀਤਾ, ਮੇਰੀ ਬੇਟੀ ਨੂੰ ਔਰ ਮੇਰੇ ਪਰਿਵਾਰ ਨੂੰ। ਸਰ ਜੋ ਇਹਨਾਂ ਦਾ ਇੱਕ ਵੈਲਿਡ ਬੰਦਾ ਜੋ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ, ਸਰ ਇਸ ਬੰਦੇ ਨੇ, ਉਸ ਬੰਦਾ ਉਹਦਾ ਨਾਮ ਪ੍ਰਭਜੋਤ ਸਿੰਘ ਆ, ਉਹਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰਾ ਹੀ ਜੋ ਰੋਲ ਆ ਮਾਸਟਰ ਮਾਈਂਡ ਪ੍ਰਭਜੋਤ ਸਿੰਘ ਦਾ ਆ। ਪਤਾ ਨਹੀਂ ਉਹ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਜਾਂ ਕਾਂਗਰਸ ਪਾਰਟੀ। ਅਸੀਂ ਮੈਂ ਕਿਸੇ ਇਹ ਲੜਾਈ ਜਿਹੜੀ ਆ ਮੇਰੀ ਕਿਸੇ ਪਾਰਟੀ ਦੀ ਲੜਾਈ ਨਹੀਂ, ਇਹ ਮੇਰੇ ਘਰੇਲੂ ਝਗੜਾ, ਇਹ ਪਰਿਵਾਰਕ ਝਗੜਾ ਸਰ। ਉਹ ਪ੍ਰਭਜੋਤ ਇਹਨਾਂ ਦੀ ਮਾਸੀ ਦਾ ਮੁੰਡਾ ਹੈ ਜੀ, ਉਹ ਉਸੇ ਏਰੀਆ ਦਾ ਰਹਿਣ ਵਾਲਾ, ਰਾਮਾ ਮੰਡੀ ਦਾ। ਰਾਮਾ ਮੰਡੀ ਉਹ ਪ੍ਰਾਪਰਟੀ ਦਾ ਕੰਮ ਕਰਦਾ, ਉਹ ਪ੍ਰੈਜ਼ੀਡੈਂਟ ਬਣਿਆ ਕਿਸੇ ਪਾਰਟੀ ਦਾ। ਅੱਗੋਂ ਉਹ ਆਪਣੀ ਪ੍ਰੈਜ਼ੀਡੈਂਟ ਦਾ ਜਿਹੜਾ ਨਜਾਇਜ਼ ਫਾਇਦਾ ਉਠਾਉਂਦਾ, ਆਪਣੀ ਪਾਰਟੀ ਦਾ ਨਜਾਇਜ਼ ਫਾਇਦਾ ਉਠਾਉਂਦਾ। ਮੈਂ ਇਹ ਕਹਾਂਗਾ ਇਹੋ ਜਿਹੇ ਪ੍ਰੈਜ਼ੀਡੈਂਟਾਂ ਨੂੰ ਪਾਰਟੀਆਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਵੀ ਜਿਹੜਾ ਕਿਸੇ ਪਰਿਵਾਰ ਦੇ ਘਰ ਦੇ ਵਿੱਚ ਇੰਟਰਫੇਅਰ ਕਰਕੇ ਕਿਸੇ ਪਰਿਵਾਰ ਦਾ, ਕਿਸੇ ਧੀ ਭੈਣ ਦਾ ਘਰ ਉਜਾੜਨ ਦੀ ਕੋਸ਼ਿਸ਼ ਕਰਦੇ ਆ। ਇਹ ਜਿਹੇ ਪਾਰਟੀਆਂ ਵਿੱਚੋਂ ਇਹੋ ਜਿਹੇ ਪ੍ਰੈਜ਼ੀਡੈਂਟਾਂ ਨੂੰ ਕੱਢ ਦੇਣਾ ਚਾਹੀਦਾ। ਮੈਂ ਕੋਈ ਘਰੇਲੂ ਲੜਾਈ ਹੈ ਮੇਰਾ ਕੋਈ ਪਾਰਟੀ ਬੇਸ ਤੇ ਲੜਾਈ ਨਹੀਂ। ਜੇ ਮੈਂ ਪਾਰਟੀ ਬੇਸ ਤੇ ਲੜਾਈ ਲੜਾਂ ਤੇ ਮੈਂ ਸਿੱਧਾ ਹੋ ਕੇ ਲੜਾਈ ਲੜਾਂ, ਮੇਰੀ ਕੋਈ ਪਾਰਟੀ ਬੇਸ। ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੈਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਮੇਰੇ 3 ਮਹੀਨੇ ਪਰਚੇ ਲੱਗੇ ਨੂੰ ਹੋ ਗਏ, ਸਾਡੀਆਂ 3 ਮਹੀਨੇ ਦੀਆਂ ਸਾਰੇ ਇਹਨਾਂ ਨੇ ਕੋਈ ਵੀ ਪਰਚਾ ਸ਼ੋਅ ਨਹੀਂ ਕੀਤਾ ਤੇ ਇਹਨਾਂ ਨੇ ਮੁੜ ਕੇ ਸਾਡੇ ਸਾਰੇ 2 ਘੰਟੇ 307 ਦਾ ਪਰਚਾ ਕਰਾ ਕੇ। ਹਾਂਜੀ ਸਰ ਜੀ, ਉਹ ਮੇਰੇ ਬ੍ਰਦਰ ਦੀ ਦਸਤਾਰ ਲੱਗੀ। ਲੜਾਈ ਫਿਰ ਵੀ ਇੱਥੋਂ ਹੋਈ, ਮੇਰੇ ਬ੍ਰਦਰ ਇਹਨਾਂ ਨੂੰ ਮਨਾਉਣ ਵਾਸਤੇ ਗਿਆ ਵੀ ਤੁਸੀਂ ਅੰਦਰ ਬੈਠ ਕੇ ਗੱਲ ਕਰੋ। ਸਾਰੇ ਇਹਨਾਂ ਨੇ ਉਹਦੇ ਹੱਥੀ ਪੈ ਕੇ ਮੇਰੇ ਬ੍ਰਦਰ ਦੀ ਦਸਤਾਰ ਲਾ ਲਈ, ਦਸਤਾਰ ਲਾਉਂਦਾ ਉਹਨੇ ਗੱਡੀ ਸੱਟ ਲਈ, ਉਹ ਲੈ ਕੇ ਭੱਜੇ ਆ। ਜੋ ਲੈ ਕੇ ਭੱਜੇ ਇਹਨਾਂ ਨੇ ਉਹਦੇ ਵਿੱਚ ਆਪਾਂ ਜਦੋਂ ਭੱਜਣ ਲੱਗੇ ਆ, ਇਹ ਆਪਸ ਵਿੱਚ ਇਹਨਾਂ ਦੀ ਤੂੰ ਮੈਂ ਹੋਇਆ। ਜੋ ਇਹਨਾਂ ਨੇ ਅਲਵਾਇਡ ਕੀਤਾ ਦਸਤਾਰ ਲੈ ਕੇ, ਇਹਨਾਂ ਨੇ ਆਪਣੇ ਆਪ ਸ਼ੀਸ਼ੇ ਤੋੜੇ ਆ, ਆਪਣੇ ਆਪ ਸਭ ਕੁਝ ਕੀਤਾ। ਸਰ ਇਹਨਾਂ ਨੇ ਨਜਾਇਜ਼ ਸਾਡੇ ਦੇ ਪਰਚਾ ਪਾਇਆ। ਅਸੀਂ ਕੋਈ ਗੱਡੀ ਦੇ ਵਿੱਚ ਹਥਿਆਰ ਨਹੀਂ ਮਾਰਿਆ, ਕੋਈ ਪੈਪ ਨਹੀਂ ਮਾਰਿਆ, ਕੋਈ ਕੁਛ ਨਹੀਂ ਮਾਰਿਆ। ਸਰ ਮੈਂ ਆਪਣੇ ਬੇਟੀਆਂ ਨੂੰ ਸੱਦਣ ਲੱਗਾ ਜੀ, ਆ ਮੇਰੀ ਮੈਸੇਜ ਆ, ਇਹ ਇੱਕ ਮਰੀਜ਼ ਨੇ, ਇਹਨਾਂ ਨੂੰ ਵੀ ਇਹਨੇ ਧੱਕਾ ਮੁੱਕੀ ਕੀਤੇ। ਜ਼ਖਮੀ ਹੋਏ ਉਸ ਝਗੜੇ ਵਿੱਚ ਉਹ ਕੈਮਰੇ ਤੇ ਆ ਕੇ ਆਪਣੇ ਜ਼ਖਮ ਦਿਖਾਓ ਕਿ ਅਸੀਂ ਵੀ ਦੇਖੀਏ ਕਿ ਵਾਕਈ ਸੱਟਾਂ ਲੱਗੀਆਂ ਕਿ ਨਹੀਂ ਲੱਗੀਆਂ। ਆ ਤੁਹਾਡੇ ਪੈਰ ਤੇ ਲੱਗੀ ਆ, ਚੱਕਿਓ ਉੱਪਰ ਕਰੋ, ਟੇਬਲ ਤੇ ਆ ਦਿਓ। ਕੋਈ ਨਹੀਂ, ਟੇਬਲ ਤੇ ਲੱਗੀ ਹੈ। ਇਹਦਾ ਨਾਮ ਕੀ ਹੈ ਜੀ? ਇਹਦਾ ਨਾਮ ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ ਸਿੰਘ ਇਹ ਤੁਹਾਡੇ ਸੱਟ ਤੇ ਲੱਗੀ ਹੈ? ਇਹ ਉਹਨਾਂ ਨੇ ਗੱਡੀ ਚਾੜੀ ਸੀ। ਠੀਕ ਹੈ, ਤੁਸੀਂ ਆਓ ਜੀ, ਤੁਸੀਂ ਆਓ। ਇਹ ਵੱਡਾ ਬੇਟਾ ਮੇਰਾ ਲਖਵਿੰਦਰ ਸਿੰਘ ਜੀ। ਲਖਵਿੰਦਰ ਸਿੰਘ ਜੀ, ਆ ਤੁਹਾਡੇ ਪੱਟੀ ਜਿਹੜੀ ਹੈਗੀ ਆ, ਆ ਜੇ ਪੱਟੀ ਲੱਗੀ ਹੈ, ਕਿੱਦਾਂ ਲੱਗੀ? ਅੰਕਲ ਜੀ ਉਹਨਾਂ ਨੇ ਪਤਾ ਕੋਈ ਚੀਜ਼ ਮਾਰੀ ਇੱਥੇ ਮੇਰੇ ਜੀ, ਪਤਾ ਨਹੀਂ ਕੀ ਚੀਜ਼ ਸੀ, ਕੋਈ ਉਹਨਾਂ ਨੇ ਮਤਲਬ ਪਤਾ ਨਹੀਂ ਕਿਹੜੀ ਚੀਜ਼ ਸੀ, ਬਹੁਤ ਜ਼ੋਰ ਦੀ ਇੱਥੇ ਮਾਰੀ, ਇਸ ਕਰਕੇ ਲੱਗੀ ਹੈ। ਬਾਹਰ ਚੁੱਕਣ ਦੀ ਨਹੀਂ ਹੁਣ ਚੱਕ ਨਹੀਂ ਹੁੰਦੀ, ਚੱਕੇ ਖਾਓ, ਦਰਦ ਹੁੰਦੀ ਬਹੁਤ ਜ਼ਿਆਦਾ ਜੀ। ਕੋਸ਼ਿਸ਼ ਕਰੋ, ਨਹੀਂ ਹੋ ਰਹੀ। ਠੀਕ ਹੈ। ਇਹ ਮੇਰਾ ਜਵਾਈ ਆ ਜੀ, ਵੱਡਾ ਜਵਾਈ ਸਾਡਾ। ਇਹਨਾਂ ਦੇ ਵੀ ਦੇਖੋ ਹਾਲਾਤ ਇਹਨਾਂ ਨੇ ਕੀ ਕੀਤੇ ਆ, ਦੇਖੋ ਜੀ। ਆ ਤੁਸੀਂ ਦੇਖੋ ਜੀ, ਆ ਸੱਟਾਂ ਕਿੱਦਾਂ ਲੱਗੀਆਂ ਆ? ਇਹ ਜੀ ਹਮਲਾ ਕੀਤਾ ਮੇਰੇ ਤੇ ਵੀ ਜੀ, ਇਹਨਾਂ ਨੇ ਖੋਹ ਮਾਰ ਮੇਰੇ ਤੇ ਵੀ ਕੀਤੀ ਹੈ ਜੀ ਪੂਰੀ ਤਰ੍ਹਾਂ। ਠੀਕ ਹੈ ਜੀ। ਇਹ ਹੁਣੇ ਤੁਸੀਂ ਦੇਖਿਆ, ਪਰਿਵਾਰ ਦਾ ਦੁੱਖ ਸੁਣਿਆ ਕਿ ਸਾਡਾ ਮਕਸਦ ਇਹ ਨਹੀਂ ਸੀਗਾ ਕਿ ਮਤਲਬ ਮੀਡੀਆ ਵੀ ਚਾਹੁੰਦਾ ਕਿ ਜੇ 2 ਪਰਿਵਾਰਾਂ ਵਿੱਚ ਰਿਸ਼ਤਾ ਬਣਿਆ ਤੇ ਬਣਿਆ ਰਹੇ ਤੇ ਘਰ ਬਸਿਆ ਹੀ ਚੰਗਾ ਹੁੰਦਾ। ਲੇਕਿਨ ਜੋ ਇਹਨਾਂ ਨਾਲ ਜਾਤੀ ਹੋਈ, ਉਹ ਜੋ ਅਸੀਂ ਲੱਭਿਆ, ਤੁਸੀਂ ਵੀ ਸਭ ਨੇ ਦੇਖਿਆ ਰਿਕਾਰਡਿੰਗ ਦੇ ਵਿੱਚ ਦੌਰਾਨ, ਕਿ ਇਹਨਾਂ ਦੇ ਪਰਿਵਾਰ ਦੇ ਸੱਟਾਂ ਲੱਗੀਆਂ 2 ਪਰਿਵਾਰਾਂ ਵਿੱਚ ਪੰਚਾਇਤੀ ਤੌਰ ਤੇ ਜੋ ਮਤਲਬ ਘਰ ਬਸਾਉਣ ਵਾਸਤੇ। ਹੁਣ ਇੱਕ ਚੀਜ਼ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਕਿ ਅਗਰ ਜੋ ਲੜਕੀ ਪੱਖ ਦੇ ਪੰਚਾਇਤੀ ਮੈਂਬਰ ਸੀਗੇ ਉਹ ਤੇ ਲੜਕੀ ਨੂੰ ਬਸਾਉਣ ਦੇ ਵਿੱਚ ਹੀ ਇੰਟਰਸਟਡ ਹੋਣਗੇ ਤੇ ਉਹਨਾਂ ਦੇ ਵਿੱਚ ਝਗੜੇ ਕਰਨ ਦੀ ਗੁੰਜਾਇਸ਼ ਘਟ ਜਾਂਦੀ ਹੈ। ਇਹ ਇੱਕ ਇੰਪੋਰਟੈਂਟ ਪੁਆਇੰਟ ਹੈ ਜੋ ਕਿ ਸਾਰੇ ਇਸ ਵੀਡੀਓ ਨੂੰ ਦੇਖਣ ਵਾਲੇ ਸਮਝਣ ਕਿ ਲੜਕੀ ਪੱਖ ਕਦੀ ਵੀ ਝਗੜਾ ਕਰਨ ਦੀ ਕੋਸ਼ਿਸ਼ ਨਹੀਂ ਕਰਿਆ, ਕਿਉਂਕਿ ਉਹਨੂੰ ਲੜਕੀ ਬਸਾਉਣੀ ਹੁੰਦੀ ਹੈ। ਤੇ ਜੇ ਇਹਨਾਂ ਨੂੰ ਸੱਟਾਂ ਲੱਗੀਆਂ ਨੇ, ਲੇਕਿਨ ਮੇਰੇ ਹੱਥ ਦੇ ਵਿੱਚ ਜੋ FIR ਦੀ ਕਾਪੀ ਹੈ,
ਇਹ ਦਰਸਾ ਰਹੀ ਹੈ ਕਿ ਇਹ ਜਿਹੜੀ ਹੈਗੀ ਆ 9 ਦੋਸ਼ੀਆਂ ਦੇ ਖਿਲਾਫ ਪਰਚਾ ਕੱਟ ਦਿੱਤਾ ਗਿਆ ਹੈ। ਆਹ 307 ਦੀ ਧਾਰਾ ਵਿੱਚ ਲੱਗੀ ਹੈ। 307 ਦੀ ਧਾਰਾ ਹੁੰਦੀ ਹੈ ਕਿ ਜੇ ਗਰੀਵੀਅਸ ਇੰਜਰੀ ਹੋਵੇ ਤੇ ਗਰੀਵੀਅਸ ਇੰਜਰੀ ਹੋਣ ਦਾ ਮਤਲਬ ਹੈ ਕਿ ਉਹ ਮਰੀਜ਼ ਹਸਪਤਾਲ ਦੇ ਵਿੱਚ ਸੀਰੀਅਸ ਕੰਡੀਸ਼ਨ 'ਚ ਦਾਖਲ ਹੋਣਾ ਚਾਹੀਦਾ ਹੈ ਔਰ ਉਹ 1 ਦਿਨ 2 ਦਿਨ 4 ਦਿਨ 21 ਦਿਨ ਮਹੀਨਾ ਕਿੰਨੇ ਵੀ ਸਮੇਂ ਲਈ ਅੰਡਰ ਆਬਜ਼ਰਵੇਸ਼ਨ ਹੁੰਦਾ ਆ। ਤੇ ਇਦਾਂ ਦੀ ਗੱਲ ਮੈਂ ਜੋ ਦਰਿਆਫਤ ਅਸੀਂ ਕੀਤੀ ਹੈ ਕਿ ਸਾਨੂੰ ਦੱਸਿਆ ਗਿਆ ਕਿ ਉਹ ਮਰੀਜ਼ ਦੀ ਛੁੱਟੀ ਕਰ ਦਿੱਤੀ ਗਈ ਆ ਤੇ ਉਹ ਜਿਹੜੇ ਹੈਗੀ ਆ ਆਈਓ ਦੀ ਵੀ ਮਤਲਬ ਰਾਤੋਂ ਰਾਤ ਬਦਲੀ ਹੋ ਗਈ ਇੱਥੋਂ। ਤੇ ਅਸੀਂ ਇਹ ਅੱਗੇ ਅਗਲੀ ਪੜਤਾਲ ਜਾਰੀ ਰੱਖਾਂਗੇ। ਲੇਕਿਨ ਇੱਕ ਗੱਲ ਸਾਫ਼ ਹੈ ਕਿ ਜੇ ਝਗੜਾ ਤੇ ਹੋਇਆ, ਇਹ ਪਾਰਟੀ ਮੰਦੀ ਝਗੜਾ ਹੋਇਆ ਮੌਕੇ ਦੇ ਚਾਹੇ ਜਿੱਦਾਂ ਵੀ ਹੋ ਗਿਆ, ਇਹਨਾਂ ਨਾਲੋਂ ਨਹੀਂ ਹੋਇਆ ਜਾਂ ਉਹਨਾਂ ਨਾਲੋਂ ਉਕਸਾਇਆ ਗਿਆ, ਝਗੜਾ ਹੋਣ ਦੇ ਬਾਅਦ ਜੇਕਰ ਸੱਟਾਂ ਲੱਗੀਆਂ ਤੇ ਇਹ ਕ੍ਰਾਸ ਕੇਸ ਬਣਦਾ। ਇਸ ਦੇ ਵਿੱਚ ਪੁਲਿਸ ਦਾ ਰੋਲ ਜਿਹੜਾ ਸ਼ੱਕ ਦੇ ਘੇਰੇ 'ਚ ਆਉਂਦਾ ਆ ਕਿ ਇਹ ਕ੍ਰਾਸ ਕੇਸ ਹੋਣ ਦੇ ਬਾਵਜੂਦ ਦੂਸਰੀ ਧਿਰ ਤੇ ਪਰਚਾ ਕਿਉਂ ਨਹੀਂ ਕੀਤਾ ਗਿਆ, ਅਜੇ ਤੱਕ FIR ਕਿਉਂ ਨਹੀਂ ਲੌਂਚ ਕੀਤੀ ਗਈ। ਇਹ ਪਰਿਵਾਰ ਦੀ ਮੰਗ ਜੋ ਹੈਗੀ ਆ ਅਸੀਂ ਸਮਝਦੇ ਕਿ ਜਾਇਜ਼ ਹੈ। ਉਹ ਤਾਂ ਖੁਦ ਕਹਿ ਰਹੇ ਨੇ ਝਗੜਾ ਮੌਕੇ ਤੇ ਹੋ ਗਿਆ ਅਚਾਨਕ ਤੇ ਸੱਟਾਂ ਲੱਗੀਆਂ ਨੇ, ਇਹਨਾਂ ਨੇ ਆਪਣੇ ਪਰਿਵਾਰ ਦੇ ਸੱਟਾਂ ਦਿਖਾਈਆਂ ਨੇ, MLR ਕੱਟੇ ਹੋਏ ਨੇ, ਲੇਕਿਨ ਅਜੇ ਤੱਕ ਇਹਨਾਂ ਦਾ ਪਰਚਾ ਨਹੀਂ ਹੋਇਆ। ਇਹਨਾਂ ਇਸ ਪੀੜਿਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ। ਧੰਨਵਾਦ।